ਸ਼੍ਰੀ ਅਕਾਲ ਦੋਸਤੋ, ਮੈਂ ਜੀਤ ਹਰਜੀਤ ਨਰਿੰਦਰ ਸਿੰਘ ਕਪੂਰ ਦਾ ਲੇਖ ਅਪਮਾਨ ਲੈ ਕੇ ਹਾਜ਼ਰ ਹਾਂ। ਅਜੋਕੇ ਮਨੁੱਖ ਵਿੱਚ ਕੁਝ ਉਸਾਰਨ ਦੇ ਮੁਕਾਬਲੇ ਤਬਾਹ ਕਰਨ ਦੀ ਰੁਚੀ ਵਧੇਰੇ ਬਲਵਾਨ ਹੋ ਗਈ ਹੈ। ਉਸਾਰਨ ਦੀ ਚਾਲ ਅਤੇ ਤਬਾਹ ਦੀ ਰਫ਼ਤਾਰ, ਕੁਝ ਬਣਾਉਣ ਦਾ ਚਾਅ ਅਤੇ ਕੁਝ ਢਾਹੁਣ ਦੀ ਕਾਹਲ, ਕਿਸੇ ਦ੍ਰਿਸ਼ ਨੂੰ ਮਾਨਣ ਦਾ ਸਲੀਕਾ ਅਤੇ ਉਸ ਵਿੱਚ ਨੁਕਸ ਕੱਢਣ ਦੀ ਬਿਰਤੀ ਤੋਂ ਸਪਸ਼ਟ ਹੋ ਜਾਂਦਾ ਹੈ ਕਿ ਮਨੁੱਖ ਅਸ਼ਾਂਤ ਹੈ, ਅਸੰਤੁਸ਼ਟ ਹੈ, ਉਦਾਸ ਹੈ ਅਤੇ ਨਿਰਾਸ਼ ਹੈ। ਇਹ ਵਰਤਾਰੇ ਦੂਜਿਆਂ ਨਾਲ ਸਾਡੇ ਸੰਬੰਧਾਂ ਨੂੰ ਕੂਲੇ ਬਣਾਉਣ ਦੀ ਥਾਂ ਚੁਭਵੇਂ ਬਣਾ ਦਿੰਦੇ ਨੇ। ਹੁਣ ਤਾੜੀਆਂ ਪ੍ਰਸ਼ੰਸਾ ਵਜੋਂ ਹੀ ਨਹੀਂ, ਅਪਮਾਨ ਵਜੋਂ ਮਾਰੀਆਂ ਜਾਂਦੀਆਂ ਹਨ। ਜ਼ਰੂਰੀ ਨਹੀਂ ਕਿ ਤਾੜੀਆਂ ਕਿਸੇ ਪ੍ਰੋਗਰਾਮ ਜਾਂ ਭਾਸ਼ਣ ਦਾ ਪ੍ਰਸ਼ੰਸਾ ਦਾ ਪ੍ਰਗਟਾਵਾ ਹੀ ਕਰਨ। ਪ੍ਰੋਗਰਾਮ ਜਾਂ ਭਾਸ਼ਣ ਦੇ ਮੁੱਕ ਜਾਣ ਦੀ ਖੁਸ਼ੀ ਪ੍ਰਗਟਾਉਣ ਲਈ ਵੀ ਤਾੜੀਆਂ ਹੀ ਮਾਰੀਆਂ ਜਾਂਦੀਆਂ ਹਨ। ਕਈ ਲੋਕਾਂ ਨੇ ਕੁੱਤੇ ਪਾਲੇ ਹੁੰਦੇ ਹਨ, ਪਰ ਕਿਸੇ ਦੇ ਅਪਮਾਨ ਕਰਨ ਲਈ ਭੌਂਕਦੇ ਉਹ ਆਪ ਹੀ ਹਨ। ਕਿਹਾ ਜਾਂਦਾ ਹੈ ਕਿ ਵਿਆਹ ਸੰਜੋਗਾਂ ਨਾਲ ਹੁੰਦੇ ਹਨ, ਪਰ ਕਹਿਣ ਵਾਲੇ ਤਾਂ ਇਹ ਵੀ ਕਹਿੰਦੇ ਹਨ ਕਿ ਤਲਾਕ ਵੀ ਸੰਜੋਗਾਂ ਅਤੇ ਚੰਗੇ ਭਾਗਾਂ ਤੋਂ ਬਿਨਾਂ ਨਹੀਂ ਮਿਲਦੇ। ਤਲਾਕ ਦੀ ਇੱਛਾ ਅਪਮਾਨ ਦੀ ਭਾਵਨਾ ਵਿੱਚ ਉਪਜਦੀ ਹੈ। ਵੇਖਿਆ ਗਿਆ ਹੈ ਕਿ ਤਲਾਕ ਭਾਵੇਂ ਕੋਈ ਧਿਰ ਲਵੇ, ਉਸ ਵਿੱਚ ਵਧੇਰੇ ਨੁਕਸਾਨ ਅਤੇ ਅਪਮਾਨ ਇਸਤਰੀ ਦਾ ਹੀ ਹੁੰਦਾ ਹੈ। ਜਿੱਥੇ ਦੋ ਵਿਅਕਤੀਆਂ ਦੀ ਪ੍ਰਸ਼ੰਸਾ ਹੋਣੀ ਹੋਵੇ, ਉੱਥੇ ਦੋਵੇਂ ਚਾਹੁੰਦੇ ਹਨ ਕਿ ਪ੍ਰਸ਼ੰਸਾ ਤਾਂ ਕੇਵਲ ਉਸਦੀ ਹੋਵੇ, ਦੂਜੇ ਦਾ ਅਪਮਾਨ ਭਾਵੇਂ ਹੋ ਜਾਵੇ। ਲਖਨਊਆਂ ਦੇ ਨਵਾਬ ਪਹਿਲੇ ਆਪ ਕਹਿੰਦਿਆਂ ਗੱਡੀ ਲਗਾ ਦਿੱਤੀ ਸੀ। ਬਠਿੰਡੇ ਦੇ ਜੱਟ ਪਹਿਲੇ ਮੈਂ ਕਹਿੰਦਿਆਂ ਗੱਡੀ ਲਗਾ ਦਿੰਦੇ ਹਨ। ਭਰਮ ਸੋਹਣੇ ਹੁੰਦੇ ਹਨ, ਸਨਮਾਨ ਵਰਗੇ, ਸੱਚ ਕਰੂਪ ਹੁੰਦਾ ਹੈ ਅਪਮਾਨ ਵਰਗਾ। ਲਗਭਗ ਹਰ ਸ਼ਿਕਾਇਤ ਕਰਨ ਸਮੇਂ ਅਸੀਂ ਦੂਜੇ ਦੀ ਲਾਪਰਵਾਹੀ ਨੂੰ ਆਧਾਰ ਬਣਾ ਕੇ ਉਸ ਦਾ ਅਪਮਾਨ ਕਰਨਾ ਚਾਹੁੰਦੇ ਹਾਂ। ਹਰ ਮਨੁੱਖ ਵਿੱਚ ਕੁਝ ਗੱਲਾਂ ਨੂੰ ਵਧਾ ਚੜ੍ਹਾ ਕੇ ਆਪਣੀ ਪ੍ਰਸ਼ੰਸਾ ਅਤੇ ਦੂਜਿਆਂ ਦਾ ਅਪਮਾਨ ਕਰਨ ਦੀ ਬਿਰਤੀ ਜਨਮਜਾਤ ਹੈ। ਕਿਸੇ ਦਾ ਝੂਠਾ ਸਨਮਾਨ ਅਤੇ ਸੱਚਾ ਅਪਮਾਨ ਕਰਨ ਦੀ ਬਿਰਤੀ ਕੇਵਲ ਮਨੁੱਖਾਂ ਵਿੱਚ ਹੈ। ਜੀਵ ਜੰਤੂ ਇਸ ਰੋਗ ਤੋਂ ਮੁਕਤ ਹਨ। ਸਨਮਾਨ ਕਰਨ ਵਿੱਚ ਅਸੀਂ ਸੁਸਤ ਹੋ ਸਕਦੇ ਹਾਂ, ਪਰ ਚੁਸਤ ਹੋਏ ਬਿਨਾਂ ਅਪਮਾਨ ਨਹੀਂ ਕੀਤਾ ਜਾ ਸਕਦਾ। ਕਿਸੇ ਦਾ ਸਨਮਾਨ ਕਰਨ ਸਮੇਂ ਬਨਾਵਟ ਅਤੇ ਕਿਸੇ ਸਮੱਗਰੀ ਦੀ ਲੋੜ ਪੈਂਦੀ ਹੈ, ਜਦੋਂ ਕਿ ਅਪਮਾਨ ਵਧੇਰੇ ਸ਼ੁੱਧ ਅਤੇ ਸਪਸ਼ਟ ਭਾਵਨਾ ਅਤੇ ਬਿਨਾਂ ਕਿਸੇ ਸਮੱਗਰੀ ਨਾਲ ਹੀ ਕੀਤਾ ਜਾਂਦਾ ਹੈ। ਸਨਮਾਨ ਅਪਮਾਨ ਦੋਹਾਂ ਵਿੱਚ ਅੱਖਾਂ ਅਤੇ ਕੰਨਾਂ ਨੂੰ ਵੀ ਪ੍ਰਭਾਵਿਤ ਕੀਤਾ ਜਾਂਦਾ ਹੈ। ਗਾਲਾਂ ਅਤੇ ਧਮਕੀਆਂ ਕਿਸੇ ਦਾ ਅਪਮਾਨ ਕਰਨ ਲਈ ਹੀ ਨਹੀਂ, ਸਗੋਂ ਆਪਣੇ ਹੋਏ ਅਪਮਾਨ ਦਾ ਬਦਲਾ ਲੈਣ ਲਈ ਵੀ ਵਰਤੀਆਂ ਜਾਂਦੀਆਂ ਹਨ। ਹਰ ਦੇਸ਼ ਅਤੇ ਸਮਾਜ ਵਿੱਚ ਦੋ ਵਿਅਕਤੀਆਂ ਦੀ ਲੜਾਈ ਤੋਂ ਲੈ ਕੇ ਦੋ ਦੇਸ਼ਾਂ ਦੀ ਜੰਗ ਤੱਕ ਦੇ ਸਾਰੇ ਵਿਚਕਾਰਲੇ ਰੂਪ ਕਿਸੇ ਅਪਮਾਨ ਦਾ ਬਦਲਾ ਲੈਣ ਦੀ ਭਾਵਨਾ ਅਧੀਨ ਅਪਮਾਨ ਕਰਨ ਦੇ ਉਦੇਸ਼ ਨਾਲ ਹੀ ਸਿਰਜੇ ਜਾਂਦੇ ਹਨ। ਕੋਈ ਵੀ ਵਿਅਕਤੀ ਅਜਿਹਾ ਨਹੀਂ ਜਿਸ ਦਾ ਅਪਮਾਨ ਨਾ ਹੋਇਆ ਹੋਵੇ। ਕੋਈ ਵੀ ਵਿਅਕਤੀ ਅਜਿਹਾ ਵੀ ਨਹੀਂ ਜਿਸ ਨੇ ਕਿਸੇ ਦਾ ਅਪਮਾਨ ਨਾ ਕੀਤਾ ਹੋਵੇ। ਜਿਸ ਕੋਲ ਗਵਾਉਣ ਲਈ ਕੁਝ ਵੀ ਨਹੀਂ, ਉਸ ਦਾ ਅਪਮਾਨ ਨਹੀਂ ਕੀਤਾ ਜਾ ਸਕਦਾ। ਅਜਿਹੇ ਵਿਅਕਤੀ ਨਾਲ ਝਗੜਨ ਵਿੱਚ ਨੁਕਸਾਨ ਹੀ ਹੁੰਦਾ ਹੈ, ਅਪਮਾਨ ਹੀ ਹੋਵੇਗਾ। ਜਿਸ ਵਿੱਚ ਸਨਮਾਨ ਦੀ ਇੱਛਾ ਨਹੀਂ, ਉਸ ਦਾ ਵੀ ਅਪਮਾਨ ਨਹੀਂ ਕੀਤਾ ਜਾ ਸਕਦਾ। ਕੋਈ ਵੀ ਵਿਅਕਤੀ ਨਿਰੰਤਰ ਅਪਮਾਨ ਦੀ ਅਵਸਥਾ ਵਿੱਚ ਨਹੀਂ ਵਿਚਰ ਸਕਦਾ, ਸੋ ਕਈ ਅਪਮਾਨ ਦੀ ਅਵਸਥਾ ਵਿੱਚੋਂ ਨਿਕਲਣ ਵਾਸਤੇ ਕੀਤੇ ਜਾਂਦੇ ਹਨ। ਜਿਹੜਾ ਵਿਅਕਤੀ ਆਪ ਫੇਲ ਹੋ ਜਾਵੇ, ਉਹ ਵਜ਼ੀਫਾ ਪ੍ਰਾਪਤ ਕਰਨ ਵਾਲਿਆਂ ਦੀ ਸੂਚੀ ਨਹੀਂ ਵੇਖਦਾ। ਉਹ ਗਿਣਦਾ ਹੈ ਕਿ ਹੋਰ ਕਿਹੜੇ ਫੇਲ ਹੋ ਗਏ ਹਨ। ਭਾਵੇਂ ਹਰ ਦੇਸ਼, ਹਰ ਸਮਾਜ, ਹਰ ਜਾਤ, ਕਬੀਲੇ ਆਦਿ ਵਿੱਚ ਅਪਮਾਨ ਕਰਨ ਅਤੇ ਅਪਮਾਨਿਤ ਹੋਣ ਦੇ ਢੰਗ, ਤਰੀਕੇ, ਜੁਗਤਾਂ, ਵਿਧੀਆਂ, ਸਥਿਤੀਆਂ, ਅਵਸਰ, ਮੌਕੇ ਵੱਖੋ ਵੱਖਰੇ ਹੁੰਦੇ ਹਨ, ਪਰ ਕਈ ਤਰੀਕੇ ਅਤੇ ਜੁਗਤਾਂ ਅਜਿਹੀਆਂ ਵੀ ਹਨ ਜਿਹੜੀਆਂ ਸਾਰੀਆਂ ਮਾਨਵ ਜਾਤੀ ਦੀਆਂ ਸਾਂਝੀਆਂ ਹਨ। ਕਿਸੇ ਦਾ ਅਪਮਾਨ ਕਰਨ ਲਈ ਮੁੱਖ ਤੌਰ 'ਤੇ ਦੋ ਸਾਧਨ ਵਰਤੇ ਜਾਂਦੇ ਹਨ: ਸ਼ਬਦ ਅਤੇ ਸਰੀਰਕ ਹਰਕਤਾਂ। ਸਰੀਰਕ ਹਰਕਤਾਂ ਵਾਲੇ ਖੇਤਰ ਪੁਰਾਣਾ ਹੀ ਨਹੀਂ, ਵਿਸ਼ਵ ਵਿਆਪੀ ਵੀ ਹੈ ਅਤੇ ਇਸ ਖੇਤਰ ਵਿੱਚ ਬਹੁਤੀਆਂ ਤਬਦੀਲੀਆਂ ਨਹੀਂ ਵਾਪਰੀਆਂ। ਜਦੋਂ ਕਿਸੇ ਦੂਜੇ ਪ੍ਰਤੀ ਭੈੜਾ ਅਤੇ ਅਪਮਾਨਜਨਕ ਵਿਹਾਰ ਦੀ ਲੋੜ ਹੋਵੇ ਤਾਂ ਕੋਈ ਵੀ ਜੀਵ ਜੰਤੂ ਮਨੁੱਖ ਦਾ ਮੁਕਾਬਲਾ ਨਹੀਂ ਕਰ ਸਕਦਾ। ਕਿਸੇ ਪ੍ਰਤੀ ਆਪਣੀ ਨਫ਼ਰਤ, ਗੁੱਸਾ, ਅਪਰਵਾਨਗੀ ਜਾਂ ਅਪਮਾਨ ਦੀ ਭਾਵਨਾ ਪ੍ਰਗਟਾਉਣ ਦੀਆਂ ਮਨੁੱਖ ਕੋਲ ਅਣਗਿਣਤ ਵਿਧੀਆਂ ਹਨ ਅਤੇ ਹਰ ਵਿਧੀ ਅੰਦਰ ਕਈ ਵੰਨਗੀਆਂ ਵੀ ਹਨ। ਮਨੁੱਖ ਆਪਣਾ ਮੂੰਹ ਖੋਲ੍ਹਣ ਤੋਂ ਬਿਨਾਂ ਵੀ ਕਿਸੇ ਦਾ ਅਪਮਾਨ ਕਰ ਸਕਦਾ ਹੈ, ਜਦਕਿ ਅਪਮਾਨਜਨਕ ਹਰਕਤਾਂ ਅਤੇ ਅਪਮਾਨ ਭਰੇ ਸ਼ਬਦਾਂ ਦਾ ਸੁਮੇਲ ਹੋ ਜਾਵੇ ਤਾਂ ਲੋਹੇ ਅਤੇ ਗੋਹੇ ਵਰਗਾ ਪ੍ਰਭਾਵ ਉਪਜਦਾ ਹੈ। ਸੋਨੇ ਅਤੇ ਸੁਹਾਗੇ ਦਾ ਪ੍ਰਭਾਵ ਤਾਂ ਤੁਸੀਂ ਜਾਣਦੇ ਹੀ ਹੋ, ਪਰ ਲੋਹੇ ਅਤੇ ਗੋਹੇ ਦਾ ਪ੍ਰਭਾਵ ਵੀ ਨਵਾਂ ਨਹੀਂ, ਪੁਰਾਣਾ ਹੈ। ਸੋਨਾ ਸੁਹਾਗਾ ਨੂੰ ਲਿਸ਼ਕਾ ਦਿੰਦਾ ਹੈ,
ਗੋਹੇ ਲੋਹੇ ਨੂੰ ਗਾਲ ਦਿੰਦਾ ਹੈ। ਇਸ ਗਾਲ ਦੀ ਯੋਗਤਾ ਤੋਂ ਹੀ ਗਾਲ ਦੀ ਉਤਪਤੀ ਹੋਈ ਹੈ। ਲਗਭਗ ਹਰ ਇੱਕ ਸਰੀਰਕ ਹਰਕਤ ਨੂੰ ਵਿਗਾੜ ਕੇ ਕਿਸੇ ਦਾ ਅਪਮਾਨ ਕੀਤਾ ਜਾ ਸਕਦਾ ਹੈ। ਸਨਮਾਨ ਅਤੇ ਅਪਮਾਨ ਵਿੱਚ ਸਰੀਰਕ ਹਰਕਤਾਂ ਲਗਭਗ ਉਹੀ ਹੁੰਦੀ ਹੈ, ਪਰ ਸੰਦਰਭ ਵੱਖਰਾ ਹੁੰਦਾ ਹੈ। ਗਲਤ ਸਮੇਂ ਜਾਂ ਗਲਤ ਥਾਂ 'ਤੇ ਸਨਮਾਨ ਵਾਲੀ ਹਰਕਤ ਹੀ ਅਪਮਾਨ ਹੋ ਨਿਬੜਦੀ ਹੈ। ਕੁਝ ਹਰਕਤਾਂ ਅਜਿਹੀਆਂ ਹੁੰਦੀਆਂ ਹਨ ਜਿਹੜੀਆਂ ਹਰ ਸਥਿਤੀ ਵਿੱਚ ਅਪਮਾਨਜਨਕ ਹੀ ਹੁੰਦੀਆਂ ਹਨ, ਜਿਵੇਂ ਕਿਸੇ ਨਾਲ ਤਲਖੀ ਨਾਲ ਬੋਲਣਾ, ਨਕਲ ਉਤਾਰਨਾ, ਜਾਣ-ਬੁੱਝ ਕੇ ਕਿਸੇ ਦੀ ਇੱਛਾ ਦੀ ਅਵੱਗਿਆ ਕਰਨੀ, ਧਮਕੀ ਦੇਣੀ, ਛੇੜਨਾ, ਝਿੜਕਣਾ ਅਤੇ ਖੁਆਰ ਕਰਨਾ ਜਾਂ ਮਾਨ ਤੋੜਨਾ। ਅਪਮਾਨ ਕਰਨ ਨਾਲ ਵਿਹਾਰ ਨਿੱਕੀਆਂ-ਨਿੱਕੀਆਂ ਹਰਕਤਾਂ ਤੋਂ ਆਰੰਭ ਹੋ ਕੇ ਸਰੀਰਕ ਹਾਮਲੇ ਤੱਕ ਫੈਲਿਆ ਹੋਇਆ ਹੈ। ਬੋਲਣ ਸਮੇਂ ਦੰਦ ਵਧੇਰੇ ਨੰਗੇ ਕਰਨਾ, ਚਿਹਰਾ ਵਿਗਾੜ ਕੇ ਬੋਲਣਾ, ਕਿਸੇ ਨੂੰ ਸੁਸਤ ਜਾਂ ਵਧੇਰੇ ਨੰਗੇ ਕਰਨਾ, ਚਿਹਰਾ ਵਿਗਾੜ ਕੇ ਬੋਲਣਾ, ਕਿਸੇ ਨੂੰ ਸੁਸਤ ਜਾਂ ਗੰਦੇ ਜਾਨਵਰ ਨਾਲ ਤੁਲਨਾ ਦੇਣੀ, ਬੋਲਣ ਸਮੇਂ ਆਪਣੀਆਂ ਬਾਹਾਂ ਅਤੇ ਹੱਥਾਂ ਨੂੰ ਵਧੇਰੇ ਹਿਲਾਉਣਾ ਅਤੇ ਅੰਗੂਠੇ ਵੱਲੋਂ ਪਹਿਲੀ ਉਂਗਲ ਉੱਚੀ ਕਰਕੇ ਬੋਲਣਾ ਆਦਿ ਅਪਮਾਨਜਨਕ ਵਿਹਾਰ ਦੇ ਹੋਰ ਪ੍ਰਮਾਣ ਹਨ। ਕਿਸੇ ਦੂਜੇ ਸਮਾਜ ਵਿੱਚੋਂ ਆਏ ਵਿਅਕਤੀ ਨੂੰ ਕਈ ਵਾਰੀ ਸਮਝ ਨਹੀਂ ਪੈਂਦੀ ਕਿ ਦੂਜਿਆਂ ਵੱਲੋਂ ਉਸ ਨਾਲ ਕੀਤੀਆਂ ਜਾ ਰਹੀਆਂ ਹਰਕਤਾਂ ਸਨਮਾਨ ਹਨ ਜਾਂ ਅਪਮਾਨ। ਕਈ ਵਾਰੀ ਦੂਜੇ ਸਮਾਜ ਵਿੱਚ ਅਸੀਂ ਅਣਜਾਣੇ ਵਿੱਚ ਹੀ ਕੁਝ ਅਜਿਹਾ ਕਰਦੇ ਹਾਂ ਜਿਸ ਨਾਲ ਦੂਜੇ ਅਪਮਾਨਿਤ ਅਨੁਭਵ ਕਰਦੇ ਹਨ। ਕਿਸੇ ਵਿੱਚ ਦਿਲਚਸਪੀ ਲੈਣੀ ਅਚਾਨਕ ਬੰਦ ਕਰ ਦੇਣੀ ਉਸ ਪ੍ਰਤੀ ਅਪਮਾਨ ਦਾ ਪ੍ਰਗਟਾਵਾ ਹੀ ਹੁੰਦੀ ਹੈ। ਜਦੋਂ ਕਿਸੇ ਵਿੱਚ ਦਿਲਚਸਪੀ ਲੈਣੀ ਅਚਾਨਕ ਬੰਦ ਕਰ ਦਿੱਤੀ ਜਾਵੇ ਤਾਂ ਉਹ ਵਿਅਕਤੀ ਘਬਰਾ ਜਾਂਦਾ ਹੈ ਅਤੇ ਅਪਮਾਨਿਤ ਅਨੁਭਵ ਕਰਦਾ ਹੈ। ਜਦੋਂ ਪਤਨੀ ਨੂੰ ਤੰਗ ਕਰਨ ਵਾਲਾ ਜਵਾਈ ਆਪਣੇ ਸਹੁਰੇ ਜਾਵੇ ਅਤੇ ਕੋਈ ਉਸ ਵੱਲ ਧਿਆਨ ਨਾ ਦੇਵੇ, ਉਸ ਨੂੰ ਅਜਿਹਾ ਵਿਹਾਰ ਸਮਝਣ ਵਿੱਚ ਦੇਰ ਨਹੀਂ ਲੱਗਦੀ। ਜਦੋਂ ਕੋਈ ਵਿਅਕਤੀ ਦਿਲਚਸਪੀ ਨਾ ਲਏ ਜਾਣ ਦੇ ਬਾਵਜੂਦ ਅਪਮਾਨਿਤ ਅਨੁਭਵ ਕਰੇ ਤਾਂ ਅਗਲਾ ਹਥਿਆਰ ਉਸ ਉੱਤੇ ਹੱਸਣ ਦਾ ਵਰਤਿਆ ਜਾਂਦਾ ਹੈ। ਅਪਮਾਨਜਨਕ ਹਾਸਾ ਪ੍ਰਵਾਨਗੀ ਦੇ ਹਾਸੇ ਨਾਲੋਂ ਵੱਖਰਾ ਹੁੰਦਾ ਹੈ। ਇਸ ਦੀ ਆਵਾਜ਼ ਵੀ ਵੱਖਰੀ ਭਾਂਤ ਦੀ ਹੁੰਦੀ ਹੈ। ਜੇ ਇਵੇਂ ਵੀ ਅਪਮਾਨ ਕਰਨ ਵਿੱਚ ਸਫਲਤਾ ਨਾ ਮਿਲੇ ਤਾਂ ਸਰੀਰਕ ਹੱਥੋਂ-ਪਾਈ ਦੀ ਸਥਿਤੀ ਉਪਜਦੀ ਹੈ। ਭਾਵੇਂ ਅਪਮਾਨ ਕਰਨ ਦਾ ਯਤਨ ਇੰਨੇ ਪੜਾਵਾਂ ਵਿੱਚੋਂ ਤਰਤੀਬ ਨਾ ਲੰਘੇ, ਪਰ ਤਾਂ ਵੀ ਇਹ ਪ੍ਰਭਾਵ ਜ਼ਰੂਰ ਉਘਾੜਿਆ ਜਾਂਦਾ ਹੈ ਕਿ ਸਾਨੂੰ ਤੇਰੀ ਪਰਵਾਹ ਨਹੀਂ। ਸੰਕੇਤ ਦੇਣ ਲਈ ਅਤੇ ਆਪਣੀ ਨਾਰਾਜ਼ਗੀ ਪ੍ਰਗਟਾਉਣ ਲਈ ਅਸੀਂ ਘੱਟ ਹੱਸਦੇ ਹਾਂ, ਘੱਟ ਬੋਲਦੇ ਹਾਂ, ਘੱਟ ਅੱਖਾਂ ਮਿਲਾਉਂਦੇ ਹਾਂ, ਵਧੇਰੇ ਸੁੰਗੜ ਕੇ ਬੈਠਦੇ ਹਾਂ ਅਤੇ ਕਿਧਰੇ ਦੂਰ ਵੇਖਣ ਦਾ ਯਤਨ ਕਰਦੇ ਹਾਂ। ਕਿਸੇ ਨੂੰ ਵੇਖ ਕੇ ਆਂਟੇ ਕਰ ਦੇਣਾ ਜਾਂ ਵੇਖ ਕੇ ਮੂੰਹ ਪੁਆ ਲੈਣਾ ਉਸ ਨੂੰ ਜਿਉਂਦਿਆਂ ਵਿੱਚ ਨਾ ਗਿਣਨ ਬਰਾਬਰ ਹੈ। ਕਿਸੇ ਦਾ ਨਮਸਕਾਰ ਜਾਂ ਸਲਾਮ ਦਾ ਜਵਾਬ ਨਾ ਦੇਣਾ ਵੀ ਅਜਿਹਾ ਹੀ ਵਰਤਾਰਾ ਹੈ। ਮਿਲਾਉਣ ਲਈ ਵਧੇ ਹੱਥ ਵੱਲ ਧਿਆਨ ਨਾ ਦੇਣਾ, ਕਿਸੇ ਦੇ ਬੂਹਿਓਂ ਬਾਹਰ ਨਿਕਲਦਿਆਂ ਹੀ ਦਰਵਾਜ਼ਾ ਜ਼ੋਰ ਦੀ ਬੰਦ ਕਰਨਾ, ਉਸ ਦੇ ਜਾਣ ਲੱਗਿਆਂ ਉਸ ਦੀ ਹਾਜ਼ਰੀ ਵਿੱਚ ਹੀ ਬੱਤੀ ਬੁਝਾ ਦੇਣਾ ਜਾਂ ਪੱਖਾ ਬੰਦ ਕਰ ਦੇਣਾ, ਕਿਸੇ ਨੂੰ ਘਰ ਦੇ ਅੰਦਰ ਆਉਣ ਲਈ ਨਾ ਕਹਿਣਾ ਅਤੇ ਕਿਸੇ ਦੇ ਅੰਦਰ ਆਉਣ ਉੱਤੇ ਘੱਟ ਰੌਸ਼ਨੀ ਕਰਨਾ, ਕਿਸੇ ਦੀਆਂ ਗੱਲਾਂ ਸੁਣਦਿਆਂ ਕੁਝ ਹੋਰ ਕਰਨ ਲੱਗ ਪੈਣਾ ਅਤੇ ਵਧੇਰੇ ਸਿਰ ਚੁੱਕ ਕੇ ਉਸ ਵੱਲ ਵੇਖਣਾ ਆਦਿ ਅਪਮਾਨ ਕਰਨ ਦੇ ਪ੍ਰਤੱਖ ਢੰਗ ਹਨ। ਕਿਸੇ ਦੀ ਹਾਜ਼ਰੀ ਵਿੱਚ ਉਕਤਾ ਜਾਣਾ ਅਤੇ ਖੁੱਲ੍ਹ ਕੇ ਉਵਾਸੀ ਲੈਣਾ, ਬੇਅਰਾਮੀ ਅਨੁਭਵੀ ਕਰਨੀ ਅਤੇ ਆਪਣੀ ਕੁਰਸੀ ਵਿੱਚ ਪਲਸੇਟੇ ਮਾਰਨੇ, ਹੌਂਕਿਆਂ ਵਰਗੇ ਲੰਮੇ ਸਾਹ ਲੈਣੇ, ਕਿਸੇ ਨਿਗੂਣੀ ਚੀਜ਼ ਵੱਲ ਧਿਆਨ ਦੇਣ ਲੱਗ ਪੈਣਾ ਜਾਂ ਮੁੜ-ਮੁੜ ਆਪਣੀ ਘੜੀ ਵੱਲ ਵੇਖਣਾ, ਬੇਚੈਨੀ ਪ੍ਰਗਟਾਉਣੀ, ਕਿਸੇ ਹੋਰ ਥਾਂ ਸਮੇਂ ਸਿਰ ਪਹੁੰਚਣ ਦੀ ਚਿੰਤਾ ਦਾ ਝੂਠਾ ਪ੍ਰਗਟਾਵਾ ਕਰਨਾ ਜਾਂ ਆਪਣੇ ਹੱਥਾਂ ਨੂੰ ਆਪਣੀਆਂ ਅੱਖਾਂ ਉੱਤੇ ਇਵੇਂ ਰੱਖਣਾ ਜਿਵੇਂ ਸਿਰ ਦੁਖ ਰਿਹਾ ਹੋਵੇ, ਜਾਂ ਅੱਖਾਂ ਢੱਕ ਕੇ ਸੌਣ ਦਾ ਯਤਨ ਕਰਨਾ ਜਾਂ ਅਗਲੀ ਕਤਾਰ ਵਿੱਚ ਬੈਠਣ ਦਾ ਪਛਤਾਵਾ ਪ੍ਰਗਟਾਉਣਾ ਵੀ ਅਪਮਾਨ ਦੀਆਂ ਵਿਧੀਆਂ ਹਨ। ਤੁਸੀਂ ਵੇਖਿਆ ਹੋਵੇਗਾ ਕਿ ਕਈ ਲੋਕ ਕਿਸੇ ਥਾਂ ਬੈਠੇ ਅਚਾਨਕ ਜ਼ਮੀਨ ਨਾਲ ਪੈਰ ਥਪਥਪਾਉਣ ਲੱਗਦੇ ਹਨ। ਉਹ ਵਾਸਤਵ ਵਿੱਚ ਉੱਥੋਂ ਦੌੜ ਜਾਣ ਦਾ ਅਭਿਆਸ ਕਰ ਰਹੇ ਹੁੰਦੇ ਹਨ। ਪੈਰ ਥਪਥਪਾਉਣ ਦੀ ਰਫ਼ਤਾਰ ਜਿਤਨੀ ਵਧੇਰੇ ਹੋਵੇਗੀ ਉਤਨੀ ਹੀ ਉਸ ਵਿਅਕਤੀ ਵਿੱਚ ਉੱਥੋਂ ਦੌੜ ਜਾਣ ਦੀ ਇੱਛਾ ਵਧੇਰੇ ਹੋਵੇਗੀ। ਦੌੜ ਨਾ ਸਕਣ ਦੀ ਮਜਬੂਰੀ ਉਸ ਦੇ ਚਿਹਰੇ ਦੇ ਉਤਸ਼ਾਹ ਨੂੰ ਮਾਰ ਦਿੰਦੀ ਹੈ ਅਤੇ ਉਸ ਦੀ ਸੁੰਦਰਤਾ ਨੂੰ ਵਿਗਾੜ ਦਿੰਦੀ ਹੈ। ਅਜਿਹਾ ਵਿਅਕਤੀ ਇਵੇਂ ਬੈਠਾ ਹੈ ਜਿਵੇਂ ਉਸਨੇ ਬਹੁਤ ਵੱਡਾ ਭਾਰ ਚੁੱਕਿਆ ਹੋਵੇ
ਉਪਰਾਮਤਾ ਦਾ ਇਹ ਪ੍ਰਗਟਾਵਾ ਆਮ ਤੌਰ 'ਤੇ ਉਸ ਥਾਂ 'ਤੇ ਪ੍ਰਗਟਾਇਆ ਜਾਂਦਾ ਹੈ ਜਿੱਥੇ ਪ੍ਰੋਗਰਾਮ ਦਿੱਤੇ ਸਮੇਂ ਤੋਂ ਬਹੁਤ ਅਧਿਕ ਲਮਕ ਜਾਵੇ। ਅਜਿਹੀ ਉਤਕਤਾਹਟ ਅਪਮਾਨ ਕਰਨ ਦੀ ਬਿਰਤੀ ਨੂੰ ਜਗਾਉਂਦੀ ਹੈ। ਉਂਝ ਤਾਂ ਹਰ ਵਿਅਕਤੀ ਹੀ ਕੁਝ ਹੁੰਦਾ ਹੈ ਉਸ ਨਾਲੋਂ ਉਚੇਰੇ ਪ੍ਰਤੀਤ ਹੋਣ ਦਾ ਯਤਨ ਕਰਦਾ ਹੈ, ਪਰ ਕਈ ਵਿਅਕਤੀਆਂ ਵਿੱਚ ਇਹ ਰੁਚੀ ਪ੍ਰਤੱਖ ਤੌਰ 'ਤੇ ਵਧੇਰੇ ਹੁੰਦੀ ਹੈ। ਅਜਿਹੇ ਲੋਕ ਵਧੇਰੇ ਸਜਾਵਟ ਕਰਦੇ ਹਨ, ਮਹਿੰਗੇ ਕੱਪੜੇ ਪਾਉਂਦੇ ਹਨ ਅਤੇ ਵਧੇਰੇ ਪ੍ਰਭਾਵ ਪਾਉਣ ਲਈ ਵੱਖਰੇ ਢੰਗ ਨਾਲ ਵੇਖਦੇ ਵਿਚਰਦੇ ਹਨ। ਗੁਮਾਨ ਨਾਲ ਭਰੇ ਹੋਏ ਅਜਿਹੇ ਕੁਝ ਲੋਕ ਹਰ ਸਭਾ ਸਮਾਗਮ ਵਿੱਚ ਵੇਖੇ ਜਾ ਸਕਦੇ ਹਨ। ਅਜਿਹੇ ਵਿਅਕਤੀ ਦੂਜਿਆਂ ਨੂੰ ਵੇਖਦੇ ਹੀ ਅਪਮਾਨ ਦੀ ਦ੍ਰਿਸ਼ਟੀ ਨਾਲ ਹਨ, ਭਾਵ ਉਹਨਾਂ ਨੂੰ ਇਸ ਯੋਗ ਨਹੀਂ ਸਮਝਦੇ ਕਿ ਉਹਨਾਂ ਨੂੰ ਬੁਲਾਇਆ ਜਾਵੇ ਜਾਂ ਉਹਨਾਂ ਵੱਲ ਧਿਆਨ ਦਿੱਤਾ ਜਾਵੇ। ਅਜਿਹੇ ਲੋਕ ਦੂਜਿਆਂ ਨੂੰ ਅਪਮਾਨ ਕਰਨ ਲਈ ਲਾਪਰਵਾਹੀ ਨਾਲ ਵੇਖਦੇ ਹਨ। ਉਹ ਨਹੀਂ ਜਾਣਦੇ ਕਿ ਦੂਜੇ ਉਹਨਾਂ ਨੂੰ ਅਪਮਾਨ ਭਰੀ ਕਿਰਨਾਂ ਨਾਲ ਵੇਖਦੇ ਹਨ। ਗੁਮਾਨ ਨਾਲ ਭਰੇ ਲੋਕ ਬੈਠਣ ਸਮੇਂ ਆਪਣਾ ਸਿਰ ਅਜਿਹੇ ਢੰਗ ਨਾਲ ਪਿੱਛੇ ਵੱਲ ਕਰਦੇ ਹਨ ਕਿ ਉਹਨਾਂ ਦਾ ਨੱਕ ਹੋਰ ਉੱਭਰ ਆਵੇ। ਸਾਡੇ ਸਧਾਰਨ ਸਮਾਜਿਕ ਵਿਹਾਰ ਵਿੱਚ ਵੀ ਉੱਚ ਪਦਵੀ ਵਾਲਾ ਵਿਅਕਤੀ ਵਧੇਰਾ ਸਿੱਧਾ ਹੋ ਕੇ ਅਰਥਾਤ ਆਪਣਾ ਸਿਰ ਉੱਚਾ ਕਰਕੇ ਅਤੇ ਨੀਵੀਂ ਪਦਵੀ 'ਤੇ ਲੱਗਾ ਵਿਅਕਤੀ ਉਸ ਦੇ ਸਾਹਮਣੇ ਆਪਣਾ ਸਿਰ ਥੋੜ੍ਹਾ ਨੀਵਾਂ ਕਰਕੇ ਚੱਲਦਾ ਹੈ। ਦਫ਼ਤਰੀ ਮਾਹੌਲ ਤੋਂ ਬਾਹਰ ਬਹੁਤੇ ਵਿਅਕਤੀ ਚਾਹੁੰਦੇ ਹਨ ਕਿ ਸਾਰੇ ਬਰਾਬਰੀ ਦੇ ਆਧਾਰ 'ਤੇ ਵਿਚਰਨ, ਪਰ ਕਈ ਵਿਅਕਤੀ ਅਜਿਹੇ ਹੁੰਦੇ ਹਨ ਜਿਹੜੇ ਹਰ ਥਾਂ ਗੁਮਾਨ ਵਿੱਚ ਵਿਚਰਨਾ ਚਾਹੁੰਦੇ ਹਨ। ਜਦੋਂ ਅਜਿਹੇ ਕਿਸੇ ਵਿਅਕਤੀ ਦਾ ਅਪਮਾਨ ਕੀਤਾ ਜਾਂਦਾ ਹੈ ਤਾਂ ਅਪਮਾਨ ਕਰਨ ਵਾਲਾ ਉਸ ਨਾਲ ਉਸ ਵਾਂਗ ਹੀ ਸਿਰ ਉੱਚਾ ਕਰਕੇ ਚੱਲਦਾ ਹੈ। ਅਣਜਾਣ ਵਿਅਕਤੀ ਆਮ ਕਰਕੇ ਨਾ ਕਿਸੇ ਦਾ ਅਪਮਾਨ ਕਰਦਾ ਹੈ ਅਤੇ ਨਾ ਹੀ ਉਸ ਦਾ ਅਪਮਾਨ ਸਮਝਿਆ ਜਾਂਦਾ ਹੈ। ਅਪਮਾਨ ਕਿਸੇ ਜਾਣੂ ਵਿਅਕਤੀ ਵੱਲੋਂ ਹੀ ਕੀਤਾ ਜਾਂਦਾ ਹੈ। ਅਜਿਹੇ ਵਿਅਕਤੀ ਦੇ ਸਧਾਰਨ ਵਿਹਾਰ ਅਤੇ ਉਸ ਦੇ ਅਪਮਾਨ ਵਾਲੇ ਵਿਹਾਰ ਨੂੰ ਧਿਆਨ ਵਿੱਚ ਰੱਖ ਕੇ ਹੀ ਅਪਮਾਨ ਉਪਰੰਤ ਉਸ ਨਾਲ ਨਜਿੱਠਿਆ ਜਾਂਦਾ ਹੈ। ਜੇ ਕਿਸੇ ਦਾ ਸਧਾਰਨ ਵਿਹਾਰ ਸਦਭਾਵਨਾ ਵਾਲਾ ਹੋਵੇ ਅਤੇ ਅਪਮਾਨਜਨਕ ਵਿਹਾਰ ਉਪਰੰਤ ਉਸ ਵੱਲੋਂ ਆਪਣੀ ਗਲਤੀ ਸਵੀਕਾਰ ਕਰਨ ਉੱਤੇ ਉਸ ਨੂੰ ਮਾਫ਼ ਕਰ ਦਿੱਤਾ ਜਾਂਦਾ ਹੈ। ਜੇ ਪਹਿਲੇ ਵਾਲਾ ਸਧਾਰਨ ਵਿਹਾਰ ਵੀ ਅਪਮਾਨਜਨਕ ਹੀ ਹੋਵੇ ਉਸ ਨੂੰ ਸਜ਼ਾ ਦਿੱਤੀ ਜਾਂਦੀ ਹੈ। ਲਗਭਗ ਹਰ ਕਿਸੇ ਦੀ ਜਾਣ ਪਛਾਣ ਅਤੇ ਅਕਸਰ ਹਰ ਪਰਿਵਾਰ ਵਿੱਚ ਕੋਈ ਨਾ ਕੋਈ ਵਿਅਕਤੀ ਅਜਿਹਾ ਹੀ ਹੁੰਦਾ ਹੈ ਜਿਹੜਾ ਤੇਜ਼ਾਬੀ ਬੋਲਦਾ ਹੈ, ਕਾਟਵੀਂ ਗੱਲ ਕਰਦਾ ਹੈ, ਦੂਜਿਆਂ ਨੂੰ ਟਿੱਚ ਸਮਝਦਾ ਹੈ ਅਤੇ ਹਰ ਗੱਲ ਵਿੱਚ ਦੋਸ਼ ਲੱਭਦਾ ਹੈ। ਅਜਿਹੇ ਵਿਅਕਤੀ ਅੰਤਾਂ ਦੇ ਇਕੱਲੇ ਹੁੰਦੇ ਹਨ। ਇਹਨਾਂ ਦੇ ਚਿਹਰੇ ਉੱਤੇ ਅਜਿਹਾ ਪ੍ਰਭਾਵ ਹੁੰਦਾ ਹੈ ਕਿ ਜਿਵੇਂ ਕਿਸੇ ਚੀਜ਼ ਦੀ ਬਦਬੂ ਤੋਂ ਪਰੇਸ਼ਾਨ ਹੋਣ। ਇਹ ਜਿਸ ਨਾਲ ਵੀ ਬੋਲਦੇ ਹਨ ਉਸ ਦਾ ਅਪਮਾਨ ਕਰਦੇ ਹਨ। ਇਹ ਨਾ ਆਰਾਮ ਕਰਦੇ ਹਨ, ਨਾ ਆਰਾਮ ਕਰ ਸਕਦੇ ਹਨ, ਨਾ ਕਿਸੇ ਨੂੰ ਕਰਨ ਦਿੰਦੇ ਹਨ। ਇਹਨਾਂ ਦੀ ਪਿੱਠ ਪਿੱਛੇ ਲੋਕ ਹੱਸਦੇ ਹਨ ਅਤੇ ਲੋਕ ਸਾਹਮਣੇ ਆਉਣ ਉੱਤੇ ਨਫ਼ਰਤ ਕਾਰਨ ਚੁੱਪ ਹੀ ਰਹਿੰਦੇ ਹਨ ਅਤੇ ਇੱਕ ਦੂਜੇ ਨੂੰ ਕਹਿੰਦੇ ਹਨ, ਉਸ ਦੀਆਂ ਗੱਲਾਂ ਦਾ ਕੀ ਗੁੱਸਾ ਕਰਨਾ, ਉਹ ਤਾਂ ਪਾਗਲ ਹੈ। ਅਜਿਹੇ ਲੋਕਾਂ ਨੂੰ ਦੂਜੇ ਸਾਂਝੀ ਪਰੇਸ਼ਾਨੀ ਵਜੋਂ ਚੱਲਦੇ ਹਨ ਅਤੇ ਉਹਨਾਂ ਦੀਆਂ ਅਨੇਕਾਂ ਕਹਾਣੀਆਂ ਸੁਣਾ ਕੇ ਆਪਣਾ ਗੁਆਚਿਆ ਸੰਤੁਲਨ ਮੁੜ ਪ੍ਰਾਪਤ ਕਰਦੇ ਹਨ ਅਤੇ ਜੀਵਨ ਨੂੰ ਸਹਿਣਯੋਗ ਬਣਾਉਂਦੇ ਹਨ। ਕਿਸੇ ਨਾਲ ਹੱਸਣਾ ਸਨਮਾਨ ਦਾ ਅਤੇ ਸਹਿਮਤ ਹੋਣ ਦਾ ਸੂਚਕ ਹੈ, ਜਦੋਂ ਕਿ ਕਿਸੇ ਉੱਤੇ ਹੱਸਣਾ ਉਸ ਪ੍ਰਤੀ ਅਪਮਾਨ ਦਾ ਪ੍ਰਗਟਾਵਾ ਹੁੰਦਾ ਹੈ। ਜਦੋਂ ਮਾਂ ਬੱਚੇ ਦੀਆਂ ਕੁੱਤ ਘਤਾੜੀਆਂ ਕੱਢਦੀ ਹੈ ਤਾਂ ਬੱਚਾ ਔਖ ਮਨਾਉਂਦਾ ਹੈ, ਪਰ ਇਹ ਕਾਰਜ ਮਾਂ ਵੱਲੋਂ ਕੀਤੇ ਜਾਣ ਕਾਰਨ ਉਹ ਪ੍ਰਸੰਨ ਹੁੰਦਾ ਹੈ ਅਤੇ ਮਾਂ ਦੇ ਅਜਿਹੇ ਵਿਹਾਰ ਦੀ ਖਿੜਖਿੜਾ ਕੇ ਹੱਸਣ ਨਾਲ ਪ੍ਰਵਾਨਗੀ ਦਿੰਦਾ ਹੈ। ਜਿਸ ਨੂੰ ਧਮਕੀ ਦਿੱਤੀ ਜਾਂਦੀ ਹੈ ਉਸ ਨੂੰ ਧਮਕੀ ਦੇਣ ਯੋਗ ਸਮਝਣਾ ਉਸ ਨੂੰ ਹੋਂਦ ਸਵੀਕਾਰ ਕਰਨ ਦਾ ਹੀ ਪ੍ਰਗਟਾਵਾ ਹੁੰਦਾ ਹੈ। ਪਰ ਜਦੋਂ ਕਿਸੇ ਉੱਤੇ ਹੱਸਿਆ ਜਾਵੇ ਤਾਂ ਇਹ ਪ੍ਰਭਾਵ ਉਸਾਰਿਆ ਜਾਂਦਾ ਹੈ ਕਿ ਅਸੀਂ ਤੈਨੂੰ ਗਾਲ ਦੇਣ ਦੇ ਯੋਗ ਸਮਝਦੇ ਹਾਂ, ਨਾ ਹੀ ਧਮਕੀ ਦੇਣ ਦੇ ਯੋਗ, ਅਰਥਾਤ ਅਸੀਂ ਤੈਨੂੰ ਕਿਸੇ ਗਿਣਤੀ ਵਿੱਚ ਨਹੀਂ ਗਿਣਦੇ। ਜਦੋਂ ਕਿਸੇ ਪਾਗਲ, ਬੁੱਧੂ ਜਾਂ ਮੂਰਖ ਆਦਿ ਵਿਸ਼ੇਸ਼ਣ ਵਰਤੇ ਜਾਂਦੇ ਹਨ ਤਾਂ ਇਹ ਵੀ ਕਿਹਾ ਜਾ ਰਿਹਾ ਹੁੰਦਾ ਹੈ ਕਿ ਤੂੰ ਸਾਡੇ ਧਿਆਨ ਦੇ ਯੋਗ ਨਹੀਂ, ਅਸੀਂ ਤੇਰੀ ਪਰਵਾਹ ਨਹੀਂ ਕਰਦੇ। ਕਿਸੇ ਦਾ ਅਪਮਾਨ ਕਰਨ ਲਈ ਸੁਸਤ, ਗੰਦੇ, ਮੋਟੇ, ਭੱਦੇ, ਕਰੂਪ ਆਦਿ ਜਾਨਵਰ ਵੀ ਸਾਡੀ ਮਦਦ ਕਰਦੇ ਹਨ। ਕੁੱਤੇ ਦਾ ਭੌਂਕਣਾ, ਖੋਤੇ ਦਾ ਲੰਮੇ ਕੰਨ ਅਤੇ ਉਸ ਦਾ ਹਿਣਕਣਾ, ਖੱਚਰ ਦਾ ਵਾਂਝ ਹੋਣਾ ਅਤੇ ਉਸ ਦੀ ਅੜੀਅਲ ਸੁਭਾਅ
ਮੱਝ ਹਾਥੀ ਆਦਿ ਦਾ ਭਾਰੇ ਹੋਣਾ, ਲੂੰਬੜ ਦਾ ਚਲਾਕ ਹੋਣਾ। ਵਿਸ਼ੇਸ਼ਣ ਅਸੀਂ ਜਦੋਂ ਕਿਸੇ ਵਿਅਕਤੀ ਉੱਤੇ ਥੋਪਦੇ ਹਾਂ ਤਾਂ ਉਹ ਅਪਮਾਨਿਤ ਅਨੁਭਵ ਕਰਦਾ ਹੈ। ਅਪਮਾਨ ਕਰਨ ਦੀ ਦ੍ਰਿਸ਼ਟੀ ਤੋਂ ਕੁੱਤਾ ਅਤੇ ਖੋਤਾ ਸਾਰੇ ਵਿਸ਼ਵ ਵਿੱਚ ਮਨੁੱਖ ਦੀ ਸਹਾਇਤਾ ਕਰਦੇ ਹਨ। ਕਈ ਵਾਰੀ ਮਨੁੱਖ ਆਪਣੇ ਹੱਥਾਂ ਨਾਲ ਖੋਤੇ ਦਾ ਕੰਨ ਬਣਾ ਕੇ ਬਿਨਾਂ ਕੁਝ ਬੋਲੇ ਦੂਜੇ ਦਾ ਅਪਮਾਨ ਕਰਦਾ ਹੈ। ਭਾਵੇਂ ਵੱਖ-ਵੱਖ ਸਮਾਜਾਂ ਵਿੱਚ ਸੁੰਦਰਤਾ ਦੇ ਆਧਾਰ ਵੱਖਰੇ ਵੱਖਰੇ ਹਨ, ਪਰ ਵਿਸ਼ਵ ਭਰ ਵਿੱਚ ਸਫਾਈ, ਸਵੱਛਤਾ ਅਤੇ ਅਰੋਗਤਾ ਸਭਨੀ ਥਾਈਂ ਸੁੰਦਰਤਾ ਦੇ ਆਧਾਰ ਹਨ। ਗੰਦਗੀ ਨੂੰ ਅਸੀਂ ਕਰੂਪਤਾ ਨਾਲ ਜੋੜਦੇ ਹਾਂ। ਸੋ ਕਿਸੇ ਦੇ ਅਪਮਾਨ ਕਰਨ ਲਈ ਕਿਸੇ ਗੰਦੀ ਚੀਜ਼ ਜਿਵੇਂ ਥੁੱਕ, ਸੀਨ, ਮਲ ਮੂਤਰ ਆਦਿ ਦਾ ਹਵਾਲਾ ਦਿੱਤਾ ਜਾਂਦਾ ਹੈ। ਕਿਸੇ ਵਿਅਕਤੀ ਦੀ ਕਿਸੇ ਗੰਦੀ ਚੀਜ਼ ਨਾਲ ਤੁਲਨਾ ਕਰਨੀ ਜਾਂ ਉਸ ਕੋਲੋਂ ਇਵੇਂ ਲੰਘਣਾ ਜਿਵੇਂ ਗੰਦ ਕੋਲੋਂ ਲੰਘ ਰਹੇ ਹੋਈਏ, ਉਸ ਪ੍ਰਤੀ ਅਪਮਾਨ ਦਾ ਪ੍ਰਗਟਾਵਾ ਹੁੰਦਾ ਹੈ। ਅਸ਼ਲੀਲਤਾ ਨੂੰ ਵੀ ਗੰਦਗੀ ਨਾਲ ਜੋੜਿਆ ਜਾਂਦਾ ਹੈ ਅਤੇ ਕਿਸੇ ਦਾ ਅਪਮਾਨ ਕਰਨ ਲਈ ਉਸ ਦੇ ਅਸ਼ਲੀਲ ਵਿਹਾਰ ਜਾਂ ਉਸ ਦੇ ਸਰੀਰ ਦੇ ਗੁਪਤ ਅੰਗਾਂ ਦਾ ਹਵਾਲਾ ਦਿੱਤਾ ਜਾਂਦਾ ਹੈ। ਕਿਸੇ ਪੁਰਸ਼ ਦਾ ਅਪਮਾਨ ਕਰਨ ਲਈ ਉਸ ਨਾਲ ਸੰਬੰਧਿਤ ਮਾਂ, ਪਤਨੀ, ਧੀ ਜਾਂ ਭੈਣ ਦੇ ਗੁਪਤ ਅੰਗਾਂ ਨੂੰ ਉੱਤੇ ਜਾਂ ਇਹਨਾਂ ਦੇ ਕਿਸੇ ਨਾਲ ਨਜਾਇਜ਼ ਸੰਬੰਧਾਂ ਉੱਤੇ ਪ੍ਰਹਾਰ ਕੀਤਾ ਜਾਂਦਾ ਹੈ। ਪਤਨੀ ਜਾਂ ਨੂੰਹ ਦਾ ਅਪਮਾਨ ਉਸ ਦੇ ਪੇਕਿਆਂ ਨੂੰ ਭੈੜਾ, ਝੂਠਾ ਅਤੇ ਬੇਈਮਾਨ ਸਿੱਧ ਕਰਕੇ ਕੀਤਾ ਜਾਂਦਾ ਹੈ। ਇੱਕ ਇਸਤਰੀ ਕਿਸੇ ਦੂਜੀ ਇਸਤਰੀ ਦਾ ਅਪਮਾਨ ਉਸ ਦੇ ਕਿਸੇ ਪੁਰਸ਼ ਨਾਲ ਨਜਾਇਜ਼ ਸੰਬੰਧਾਂ ਦਾ ਹਵਾਲਾ ਦੇ ਕੇ ਕਰਦੀ ਹੈ। ਇੱਕ ਥਾਂ 'ਤੇ ਕੰਮ ਕਰਨ ਵਾਲੇ ਵਿਅਕਤੀ ਦੂਜੇ ਨੂੰ ਨਲਾਇਕ, ਘਮੰਡੀ, ਬੇਈਮਾਨ, ਕਮਚੋਰ ਆਦਿ ਕਰਕੇ ਅਪਮਾਨ ਕਰਦੇ ਹਨ। ਕਈ ਵਾਕ ਅਜਿਹੇ ਹੁੰਦੇ ਹਨ ਜਿਨ੍ਹਾਂ ਵਿੱਚ ਅਪਮਾਨ ਪ੍ਰਤੱਖ ਨਹੀਂ ਹੁੰਦਾ, ਲੁਕਿਆ ਹੁੰਦਾ ਹੈ। ਅਜਿਹੇ ਵਾਕਾਂ ਨਾਲ ਗੱਲਬਾਤ ਦਾ ਭੋਗ ਪੈ ਜਾਂਦਾ ਹੈ, ਜਿਵੇਂ ਕਿਸੇ ਇਸਤਰੀ ਨੂੰ ਪੁੱਛਣਾ ਕਿ ਤੁਹਾਡੇ ਗਹਿਣੇ ਅਸਲੀ ਹਨ ਜਾਂ ਕਿਸੇ ਅਣਵਿਆਹੀ ਇਸਤਰੀ ਤੋਂ ਪੁੱਛਣਾ ਕਿ ਤੁਹਾਡੇ ਬੱਚੇ ਕਿਤਨੇ ਹਨ ਆਦਿ। ਜਦੋਂ ਸਖਤ ਸੁਭਾਅ ਵਾਲਾ ਇੱਕ ਅਧਿਆਪਕ ਐਨਕ ਲਾ ਕੇ ਪਹਿਲੀ ਵਾਰ ਜਮਾਤ ਵਿੱਚ ਆਇਆ ਤਾਂ ਇੱਕ ਵਿਦਿਆਰਥੀ ਨੇ ਕਿਹਾ, ਮਾਸਟਰ ਜੀ, ਤੁਸੀਂ ਪੜ੍ਹੇ ਲਿਖੇ ਲੱਗ ਰਹੇ ਹੋ। ਇੱਕ ਪ੍ਰੋਫੈਸਰ ਦੇ ਰਿਟਾਇਰ ਹੋਣ ਉੱਤੇ ਵਿਦਾਇਗੀ ਪਾਰਟੀ 'ਤੇ ਕਿਸੇ ਨੇ ਕਿਹਾ, ਮੈਂ ਆਸ ਕਰਦਾ ਹਾਂ ਪ੍ਰੋਫੈਸਰ ਸਾਹਿਬ ਹੁਣ ਤੁਹਾਨੂੰ ਉਹਨਾਂ ਕਿਤਾਬਾਂ ਨੂੰ ਪੜ੍ਹੋਗੇ ਜਿਹੜੀਆਂ ਸਾਰੀ ਉਮਰ ਪੜ੍ਹਾਉਂਦੇ ਰਹੇ। ਕਿਸੇ ਡਾਕਟਰ ਦੀ ਬਦਲੀ ਉੱਤੇ ਉਸ ਦੇ ਸਹਿਯੋਗੀ ਨੇ ਕਿਹਾ, ਡਾਕਟਰ ਸਾਹਿਬ ਦੇ ਇਲਾਜ ਨਾਲ ਜਿਹੜੇ ਮਰੀਜ਼ ਅਣਾਈ ਮੌਤ ਮਰ ਗਏ ਹਨ ਉਹਨਾਂ ਦੀ ਮਿੱਠੀ ਯਾਦ ਵਿੱਚ ਹੁਣ ਅਸੀਂ 2 ਮਿੰਟ ਦੇ ਮੌਨ ਧਾਰਾਂਗੇ। ਡੰਗਰਾਂ ਦੇ ਡਾਕਟਰ ਨੂੰ ਕਿਸੇ ਨੇ ਪੁੱਛਿਆ, ਸੁਣਿਆ ਹੈ ਤੁਸੀਂ ਡੰਗਰਾਂ ਦੇ ਡਾਕਟਰ ਹੋ? ਅੱਗੋਂ ਡਾਕਟਰ ਨੇ ਕਿਹਾ, ਹਾਂ ਦੱਸੋ ਕੀ ਤਕਲੀਫ ਹੈ? ਹੁਣ ਕਿਸੇ ਦੀ ਬਾਂਹ ਵਿੱਚ ਬਾਂਹ ਪਾ ਕੇ ਚੱਲਣ ਦੀਆਂ ਸੰਭਾਵਨਾਵਾਂ ਅਤੇ ਥਾਵਾਂ ਮੁੱਕਦੀਆਂ ਜਾ ਰਹੀਆਂ ਹਨ। ਕੰਮ ਵਿੱਚ ਉਤਸ਼ਾਹ ਨਾ ਹੋਣ ਕਾਰਨ ਥਕੇਵਾਂ ਵੱਧ ਰਿਹਾ ਹੈ। ਡਰ ਉੱਤੇ ਉਸਰਿਆ ਹੋਇਆ ਸਤਿਕਾਰ ਜਾਂ ਸਵਾਰਥ ਨਾਲ ਕੀਤੀ ਹੋਈ ਪ੍ਰਸ਼ੰਸਾ ਜਾਂ ਮੰਗ ਕੇ ਲਿਆ ਹੋਇਆ ਸਨਮਾਨ ਜਾਂ ਦੌੜ ਭੱਜ ਕਰਕੇ ਪ੍ਰਾਪਤ ਕੀਤਾ ਇਨਾਮ ਵਾਸਤਵ ਵਿੱਚ ਅਪਮਾਨ ਦੇ ਹੀ ਵੱਖ-ਵੱਖ ਰੂਪ ਹਨ। ਜਦੋਂ ਅਵਸਰ ਘੱਟ ਹੋਣ 'ਤੇ ਮੁਕਾਬਲਾ ਤੇਜ਼ ਹੋਵੇ, ਜਦੋਂ ਇੱਛਾਵਾਂ ਵਧੇਰੇ ਹੋਣ 'ਤੇ ਪ੍ਰਾਪਤੀ ਦੀ ਸੰਭਾਵਨਾ ਲਗਭਗ ਲੋਪ ਹੋਵੇ ਤਾਂ ਲਗਭਗ ਹਰ ਰਿਸ਼ਤੇ ਦਾ ਅਪਮਾਨ ਵਾਲਾ ਰਿਸ਼ਤਾ ਬਣ ਜਾਂਦਾ ਹੈ। ਸਾਡੀ ਆਰਥਿਕ ਪ੍ਰਣਾਲੀ ਸਾਨੂੰ ਬੇਰਹਿਮ ਦੌੜ ਵਿੱਚ ਦੌੜਾਉਂਦੀ ਹੈ ਅਤੇ ਦੂਜਿਆਂ ਨਾਲ ਸਾਡੇ ਸੰਬੰਧਾਂ ਨੂੰ ਵਿਗਾੜਦੀ ਹੈ। ਮਨੁੱਖ ਦੀ ਜਿਤਨੀ ਦੁਰਗਤੀ ਅਜੋਕੇ ਯੁੱਗ ਵਿੱਚ ਹੋ ਰਹੀ ਹੈ ਉਤਨੀ ਪਹਿਲਾਂ ਕਦੇ ਨਹੀਂ ਹੋਈ। ਹਰ ਕਿਸੇ ਪ੍ਰਤੀ ਅਪਮਾਨ ਦੀ ਦ੍ਰਿਸ਼ਟੀ ਸਾਡੇ ਯੁੱਗ ਦੀ ਮੁੱਖ ਪਛਾਣ ਹੈ। ਅਪਮਾਨ ਭਰੇ ਇਸ ਵਾਤਾਵਰਣ ਵਿੱਚ ਸਾਨੂੰ ਆਪਣੀ ਸਹਿਣਸ਼ੀਲਤਾ ਵਧਾਉਣੀ ਪਵੇਗੀ। ਅਜੋਕਾ ਯੁੱਗ ਸਮਝੌਤਿਆਂ ਦਾ ਯੁੱਗ ਹੈ। ਇਸ ਵਿੱਚ ਨਾ ਸਦੀਵੀ ਦੋਸਤੀਆਂ ਸੰਭਵ ਹਨ ਅਤੇ ਨਾ ਹੀ ਸਦੀਵੀ ਦੁਸ਼ਮਣੀਆਂ। ਸੋ ਨਾ ਸਨਮਾਨ ਉੱਤੇ ਪ੍ਰਸੰਨ ਹੋਣ ਦੀ ਲੋੜ ਹੈ ਅਤੇ ਨਾ ਅਪਮਾਨ ਉੱਤੇ ਉਦਾਸ ਹੋਣਾ ਚਾਹੀਦਾ ਹੈ। ਦੁਸ਼ਮਣਾਂ ਵਰਗੇ ਦੋਸਤ ਦੇ ਅਜੋਕੇ ਦੌਰ ਵਿੱਚ ਅਪਮਾਨ ਤਾਂ ਸਾਡਾ ਹੋਣਾ ਹੀ ਹੋਣਾ ਹੈ, ਜਿਸ ਨੂੰ ਸਹਿਣਾ ਸਾਡੀ ਹੋਣੀ ਹੈ। ਧੰਨਵਾਦ। ਚੌਹਾਨ ਇੰਟਰਟੇਨਮੈਂਟ ਤੁਹਾਡਾ ਆਪਣਾ, ਤੁਹਾਡੇ ਲਈ।